नमस्कार, हलचल में आपका स्वागत है। सबसे पहले नजर डालते हैं अपने शहर और आसपास की हलचल पर। जालंधर के डीएवी फ्लाईओवर पर खड़े ट्रक से जा टकराई कार, डिलीवरी बॉय को लिया चपेट में, कार चालक हुआ गंभीर घायल। अमृतसर की वल्ला सब्जी मंडी में विकास कार्यों का जायजा लेने पहुंची आप विधायक बीबी जीवन जोत कौर। मंडी प्रधान ने कहा 40 वर्षों में पहली बार हुआ असली काम। अमृतसर में 4 साहिबजादों और माता गुजरी जी की शहादत को समर्पित फ्री बस सेवा का हुआ शुभारंभ। अमृतसर से फतेहगढ़ साहिब के लिए पहला जत्था हुआ रवाना। और अब हलचल विस्तार से। जालंधर के डीएवी फ्लाईओवर पर शनिवार देर रात सड़क के बीच खड़े खराब ट्रक के कारण 2 लोग हादसे का शिकार हो गए, तो वहीं ट्रक चालक मकसूदा से बठिंडा की ओर जा रहा था, लेकिन रास्ते में ट्रक खराब होने के कारण ड्राइवर ने उसे बीच सड़क में खड़ा कर दिया, जिस कारण पीछे से आ रहे ब्रेजा कार चालक ट्रक से टकराने के बाद वहां से निकल रहे डिलीवरी बॉय को भी चपेट में ले लिया, जिस कारण डिलीवरी बॉय सनी, जो कि जालंधर का रहने वाला था, और कार चालक लवली गंभीर घायल हो गए, जिन्हें स्थानीय लोगों ने इलाज के लिए नजदीकी अस्पताल में दाखिल करवाया। ट्रक चालक गुरजीत सिंह ने बताया कि वह मकसूदा से बठिंडा की ओर जा रहा था कि जब वह डीएवी फ्लाईओवर के पास पहुंचा तो ट्रक का एक्सल टूट गया। रात होने के कारण वह ट्रक को साइड में लगाकर उसमें ही सो गया। कुछ समय के बाद पीछे से आ रहा तेज रफ्तार कार चालक ट्रक से टकरा गया और टक्कर के दौरान कार चालक ने पास से निकल रहे डिलीवरी बॉय को भी अपनी चपेट में ले लिया। हादसे के बाद लोगों की भीड़ जमा हो गई, जिन्होंने कार चालक को बाहर निकाला और इलाज के लिए जोशी अस्पताल में दाखिल करवाया। वहीं थाना ए की एएसआई गोपाल सिंह ने बताया कि उन्हें कंट्रोल रूम पर सूचना मिली थी कि सड़क के बीच खराब ट्रक से कार चालक टकरा गया, जिसके बाद वे मौके पर पहुंचे और उन्होंने सड़क के बीच खड़े खराब दोनों वाहनों को साइड पर करवाया। उन्होंने कहा कि मामले की जांच की जा रही है और बनती कार्रवाई जरूर करेंगे। सर की हादसा की होया? सर मैं आ ਰਿਹਾ ਸੀਗਾ ਆਰਡਰ ਦੇ ਕੇ। किस साइड तो आ रहे सी तुसी ਆਰਡਰ ऑर्डर? ਵੀ ਆ ਰਿਹਾ ਸੀਗਾ ਜੀ। किस साइड तो सर? ਇਹ ਮਕਸੂਦਾ ਲੋ ਜੀ। ऑर्डर देके तुसी वापस किस साइड जा रहे सीगे? ਇੱਧਰ ਵਾਪਸੀ ਜੀ। ਇਹ ਆਪਣੇ ਪਟੇਲ ਚੌਂਕ ਵਾਲ ਜੀ। अच्छा उधर जा रहे सीगे वापसी। ਤੁਹਾਨੂੰ ਪਤਾ ਨਹੀਂ ਲੱਗਿਆ ਗੱਡੀ ਨੇ ਹਿੱਟ ਕੀਤਾ ਜਾਂ ਟਰਾਲੇ ਨੇ? ਕੁਛ ਨਹੀਂ ਪਤਾ ਲੱਗਾ ਜੀ ਮੈਨੂੰ। ਅੱਛਾ ਜੀ। ਹੁਣ ਹੋਸ਼ ਆਈ, ਉੱਥੇ ਪਤਾ ਲੱਗਾ ਕਿ ਅੱਧਾ ਐਕਸੀਡੈਂਟ ਨਹੀਂ ਮਾਰਿਆ ਤਾਂ ਪਿੱਛੋਂ ਗੱਡੀ ਵਾਲੇ ਨੇ ਮਾਰਿਆ ਤੁਹਾਨੂੰ? ਇੰਨਾ ਕੁਛ ਨਹੀਂ ਪਤਾ, ਮੈਂ ਸਿਰਫ ਇੰਨਾ ਪਤਾ ਹੀ ਇੱਧਰੋਂ ਆ ਰਿਹਾ। ਤੁਸੀਂ ਤੇਜ਼ ਸੀਗੇ? ਨਹੀਂ ਨਾਰਮਲ ਸੀਗਾ ਸਰ ਮੈਂ। ਅੱਛਾ। ਤੂੰ ਕਿੰਨਾ ਕੁ ਤੇਜ਼ ਆਣਾ? ਕਿੰਨੇ ਵਜੇ ਦਾ ਟਾਈਮ ਸੀਗਾ ਜਦੋਂ ਆਰਡਰ ਦੇ ਕੇ ਆ ਰਹੇ ਸੀਗੇ? ਹੁਣੇ ਵੱਧ ਤੋਂ ਵੱਧ 15-20 ਮਿੰਟ ਦੀ ਗੱਲ ਆ ਜੀ। ਅੱਛਾ ਜੀ। ਮੇਰਾ ਫੋਨ ਵੀ ਹੈ ਨਹੀਂਗਾ। 10 ਵਜੇ ਦਾ ਖੜਾ ਤਾਂ ਤੁਸੀਂ ਇੱਕ ਸਪੀਡ ਦਾ ਹਾਈਵੇ ਉਧਰ ਠੀਕ ਹੋ ਤੁਸੀਂ? ਹਾਂ ਹੁੰਦਾ ਠੀਕ ਆ ਜੀ। ਕਿਹੜੀ ਸਾਈਡ ਤੋਂ ਆ ਰਹੇ ਸੀਗੇ ਤੁਸੀਂ? ਇਹ ਮਕਸੂਦਾ ਸਾਈਡ ਤੋਂ ਆ ਰਿਹਾ ਸੀ, ਇੱਧਰ ਬਠਿੰਡੇ ਕਿ ਨਹੀਂ ਜਾਣਾ ਸੀ। ਅੱਛਾ। ਇਹ ਗੱਡੀ ਦਾ ਐਕਸਲ ਟੁੱਟ ਗਿਆ ਜੀ ਮਗਰੋਂ ਟਾਇਰ ਦਾ। ਕਿੰਨੇ ਵਜੇ ਦਾ ਟਾਈਮ ਸੀਗਾ? ਪੌਣੇ 10 ਦਾ ਸੀ। ਪੌਣੇ 10 ਵਜੇ ਦਾ ਟਾਈਮ ਸੀਗਾ? ਹਾਂਜੀ ਤੇ ਐਕਸਲ ਟੁੱਟ ਗਿਆ, ਤੁਸੀਂ ਗੱਡੀ ਮਤਲਬ ਕਿ ਤੁਸੀਂ ਇੱਥੇ ਖੜੀ ਕਰ ਦਿੱਤੀ? ਹਾਂਜੀ, ਇੱਕ ਪਾਸੇ ਸਾਈਡ ਤੇ ਖੜੀ ਸੀ ਗੱਡੀ, ਮੈਂ ਤਾਂ ਹੈਰਾਨ ਹੋ ਰਿਹਾ ਜਾਂਦਾ ਬੈਠੀ। ਤੇ ਤੁਸੀਂ ਗੱਡੀ ਦੇ ਵਿੱਚ ਸੀਗੇ ਜਦੋਂ ਇਹ ਐਕਸੀਡੈਂਟ ਹਾਦਸਾ ਹੋਇਆ? ਵਿੱਚ ਤੇ ਸੁੱਤੇ ਪਏ ਸੀਗੇ ਕਿੱਦਾਂ? ਹਾਂਜੀ, ਪਿੱਛੇ ਵਾਲੀ ਗੱਡੀ ਦੇ ਵਿੱਚ ਪਏ ਸੀ। ਅੱਛਾ, ਪਿੱਛੋਂ ਲਿਆ ਕੇ ਗੱਡੀ ਉਹਨੇ ਉਹਨੇ ਵਿੱਚੋਂ, ਹਾਂ ਪਿੱਛੇ ਮਗਰ ਟਾਇਰ ਤੇ ਮਾਰੀ, ਉਹੀ ਟਾਇਰ 'ਚ ਮਾਰੀ ਜਿਹੜਾ ਟੁੱਟਿਆ ਹੋਇਆ ਸੀ। ਅੱਛਾ, ਉਹਦੇ ਵਿੱਚ ਹੀ ਮਾਰੀ ਉਹਨੇ ਲਿਆ ਕੇ? ਉਹਨੇ ਵਿੱਚ ਹੀ ਲਿਆ ਕੇ ਮਾਰੀ। ਠੀਕ ਹੈ। ਹਾਂਜੀ ਤੇ ਤੁਹਾਨੂੰ ਕਿੱਦਾਂ ਪਤਾ ਲੱਗਿਆ ਫਿਰ ਮੈਂ ਜਦੋਂ ਖੜਾਕਾ ਠੂਕਾ ਆਇਆ ਜਾਂ ਕਿੱਦਾਂ? ਹਾਂਜੀ, ਦੇਖ ਲਿਆ ਜੀ ਇੱਥੇ ਲੋਕ ਇਕੱਠੇ ਹੋ ਗਏ ਜੀ। ਅੱਛਾ, ਤੁਸੀਂ ਗੱਡੀ ਦੇ ਵਿੱਚ ਸੀਗੇ ਜਾਂ ਬਾਹਰ ਸੀਗੇ? ਨਾ ਗੱਡੀ ਦੇ ਵਿੱਚ ਹੀ ਤੇ। ਅੱਛਾ, ਹਾਂਜੀ, ਸੁੱਤੇ ਪਏ ਸੀਗੇ ਜਾਂ ਕਿੱਦਾਂ? ਨਾ ਸੁੱਤੇ ਪਏ ਤੇ ਉਹਦਾ ਜਾਗਦੀ ਤੇ ਜੀ। ਕੰਟਰੋਲ ਰੂਮ ਤੋਂ ਫੋਨ ਮਤਲਬ ਹੋਇਆ ਵੀ ਦਾ ਨਹੀਂ, ਉੱਥੇ ਜਸਟ ਉਸੇ ਵੇਲੇ ਆ ਗਏ ਵੀ ਐਕਸੀਡੈਂਟ ਹੋ ਗਿਆ। ਸਾਡੇ ਆਉਂਦਿਆਂ ਨੂੰ ਜਿਹੜਾ ਬੰਦਾ ਲੈ ਗਏ ਸੀਗੇ। ਕਿਹੜਾ ਕੋਈ ਜ਼ਖਮੀ ਹੋਇਆ ਜਾਂ ਜ਼ਖਮੀ ਹੋਇਆ DPBS DQ 86 ਤੇ ਗੱਡੀ ਹੈ, ਜੋ ਰਾਹਗੀਰ ਦੱਸਣ ਤੱਕ ਇੱਥੇ ਬੰਦੇ ਸੀਗੇ। ਇਹ ਫਾਸਟ ਆਇਆ, ਜਿਹੜਾ ਟਰੱਕ ਪਹਿਲਾਂ ਖਰਾਬ ਖੜਾ ਤੇ। ਅੱਛਾ, ਪਹਿਲੇ ਹੀ ਖੜਾ ਸੀਗਾ? ਖੜੇ ਟਰੱਕ ਦੇ ਵਿੱਚ ਵੱਜੇ? ਸਾਡੇ ਨਾਲ ਪਿੱਛੋਂ ਨੇ ਮਾਰੀ, ਨਾਲ ਹੀ ਉਹਨੇ ਇੱਕ ਬੰਦੇ ਨੂੰ ਹੋਰ ਹਿੱਟ ਕਰਦਾ, ਜਮੈਟੋ ਵਾਲਾ ਸੀਗਾ। ਅੱਛਾ ਜੀ। ਉਹ ਵੀ ਹੁਣ ਆਪਾਂ ਚਲੋ ਪੱਟੀ ਵਗੈਰਾ ਕਰਾ ਕੇ ਆ ਗਿਆ। ਮੁੰਡਾ ਠੀਕ ਹੈ, ਮੁੰਡਾ ਠੀਕ ਬੰਦਾ ਠੀਕ ਹੈ ਹੁਣ? ਟੇਬਲ ਆ ਉਹ। ਹਾਂ, ਤੇ ਜਿਹੜੇ ਗੱਡੀ ਵਾਲੇ ਸੀਗੇ, ਗੱਡੀ ਵਾਲੇ ਉੱਥੇ ਲੈ ਕੇ, ਹੁਣ ਸਾਨੂੰ ਇਹ ਨਹੀਂ ਪਤਾ ਲੱਗਿਆ ਕਿਹੜੇ ਹਸਪਤਾਲ ਸੀ ਉਹ। ਉਹਦੇ ਡਾਕੂਮੈਂਟ ਫੋਨ ਪਤਾ ਕਰਦੇ ਆ, ਉਹਦੇ ਪੇਰੈਂਟਸ ਨੂੰ ਕਰਦੇ ਆ। ਪਹਿਲਾਂ ਤਾਂ ਬ੍ਰਦਰ ਹੋਰ ਐਕਸੀਡੈਂਟ ਹੋ ਜਾਵੇ, ਰੋਡ ਹੀ ਕਲੀਅਰ ਕਰਾ ਕੇ ਗੱਡੀ ਚੁੱਕ ਕੇ ਸਹੀ ਨੂੰ ਸਾਈਡ ਤੇ ਕਰਾਇਆ। ਠੀਕ ਹੈ। ਕੋਈ ਜਾਨੀ ਮਾਨੀ ਨੁਕਸਾਨ ਤਾਂ ਨਹੀਂ ਹੋਇਆ ਹੈਗਾ ਸਰ? ਨਹੀਂ, ਜਾਨੀ ਨੁਕਸਾਨ ਹੋਇਆ ਕੋਈ। सर अपना शुभ नेम? एएसआई गोपाल। अमृतसर के वल्ला सब्जी मंडी में आम आदमी पार्टी की विधायक बीबी जीवन जोत कौर विकास कार्यों का जायजा लेने पहुंची। इस अवसर पर उन्होंने मंडी का दौरा कर जारी और
हो चुके कामों की समीक्षा की और व्यापारियों से बातचीत भी की। इस दौरान मीडिया से बातचीत करते हुए उन्होंने कहा कि ये मंडी लंबे समय तक नजरअंदाज रही, लेकिन मान सरकार बनने के बाद यहाँ विकास की असली शुरुआत हुई है। वहीं उन्होंने कहा कि पिछली सरकारों ने मंडी के नाम पर सिर्फ राजनीति की, कभी भी मंडी का पूरा ध्यान नहीं रखा गया और ना ही यहाँ कोई ढंग का काम हुआ। उन्होंने कहा कि जब नीयत साफ होती है तो रास्ते अपने आप बन जाते हैं। आम आदमी पार्टी की सरकार के पास नीयत भी है और नीति भी, इसलिए हम सिर्फ वायदे करके नहीं छोड़ते, उन्हें पूरा भी करते हैं। वहीं विधायक ने जानकारी दी कि मंडी में 4 शेडों की पूरी तरह से मुरम्मत की गई है। नई तामीर की बजाय पुराने ढांचों को मजबूत बनाया गया, क्योंकि पहले ही इसके लिए प्रोविजन मौजूद थी, लेकिन कभी लागू नहीं किया गया। इसके अलावा पूरी मंडी में रात के समय सुरक्षा के लिए करीब 60 लाइटें लगाई गई हैं, जिससे अब ये इलाका पूरी तरह से रोशन रहता है। वहीं उन्होंने कहा कि जल्द ही मंडी के आसपास की सड़क भी तैयार करवाई जाएगी। वहीं सफाई के मुद्दे पर बात करते हुए उन्होंने कहा कि मंडी में रोजाना सफाई करवाई जा रही है, लेकिन व्यापारियों और किसानों को भी सहयोग करना चाहिए ताकि मंडी साफ सुथरी रहे। उन्होंने भविष्य में मंडी को मॉडर्न और हाईटेक मंडी बनाने की इच्छा जताई। इस मौके पर मंडी प्रधान गुरसेवक सिंह ने कहा कि पिछले 40 वर्षों में कई सरकारें आई, लेकिन किसी ने भी मंडी के लिए कोई ढंग का काम नहीं किया। उन्होंने कहा कि पहली बार आम आदमी पार्टी की सरकार और हमारे क्षेत्र की विधायक ने जो कहा वो करके दिखाया। उन्होंने कहा कि सुबह से शाम तक सफाई होती है और शेडों की हालत स्पष्ट तौर पर सुधरी है। वहीं व्यापारियों ने उम्मीद जताई कि आने वाले समय में भी ये विकास कार्य लगातार जारी रहेंगे और वल्ला मंडी को एक मिसाल मंडी बनाया जाएगा। देखो, मैं पहला तो ये दसना चाहनी है कि जदों तो मंडी होंद विच आई है, जो मैनू पता लगा इत्थे जिन्ने साडे चाहे वो आड़ती एसोसीएशन है, फ्रूट एसोसीएशन दे जिन्ने इत्थे मोतबर उन्हां नू लीड करदे ने, मैनू उन्हां तो ये पता लगा कि चाहे वो नई मंडी सी या पुरानी मंडी सीगी, कदे किसी ने मंडी दी सार ही नहीं सी लई और कदे मंडी च काम नहीं होया। सो जदों तो ये मंडी बनी है इत्थे कोई काम ही नहीं सी होया। सो मैनू माण महसूस हुंदा है कि असीं मान सरकार ਦਾ ਹਿੱਸਾ ਆ ਔਰ ਜਦੋਂ ਅਸੀਂ ਇਹਨਾਂ ਨੂੰ ਆ ਕੇ ਕਹਿ ਕੇ ਗਏ ਸੀ ਕਿ ਅਸੀਂ ਕਰਾਵਾਂਗੇ, ਚਾਹੇ ਇਹਦੇ ਚ ਬਹੁਤ ਅੜਿੱਕੇ ਸੀ, ਕਿਉਂਕਿ ਹਮੇਸ਼ਾ ਇੱਕ ਬਹਾਨਾ ਲਗਾ ਦਿੱਤਾ ਜਾਂਦਾ ਸੀਗਾ ਦੂਜੀਆਂ ਸਰਕਾਰਾਂ ਵੱਲੋਂ। ਔਰ ਮੈਂ ਇਹ ਕਹਿੰਦੀ ਹਾਂ ਕਿ ਜਦੋਂ ਨੀਅਤ ਹੁੰਦੀ ਹੈ ਤਾਂ ਸਾਰਾ ਕੁਝ ਹੁੰਦਾ ਹੈ। ਸੋ ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਅਜਿਹੀ ਸਰਕਾਰ ਹੈ ਜਿਹਦੇ ਕੋਲ ਕੰਮ ਕਰਨ ਦੀ ਨੀਅਤ ਵੀ ਹੈ ਤੇ ਨੀਤੀ ਵੀ ਹੈ ਔਰ ਅਸੀਂ ਇਹ ਕਰਕੇ ਦਿਖਾ ਰਹੇ ਹਾਂ। ਮੰਡੀ ਦੇ ਵਿੱਚ ਕਿਹੜੇ ਕੰਮ ਹੋ ਚੁੱਕੇ ਆ, ਕਿਹੜੇ ਹੱਲੇ ਆਉਣਗੇ? ਦੇਖੋ, ਆ ਤੁਸੀਂ ਸ਼ੈੱਡ ਦੇਖ ਸਕਦੇ ਹੋ, ਅਸੀਂ 4 ਸ਼ੈੱਡ ਜਿਹੜੇ ਹੈਗੇ ਨੇ, 4 ਸ਼ੈੱਡ ਅਸੀਂ ਰਿਪੇਅਰ ਕੀਤੇ ਹੈ, ਕਿਉਂਕਿ ਨਿਊ ਕੰਸਟਰਕਸ਼ਨ ਦੀ ਮੈਂ ਬਿਲਕੁਲ ਗੱਲ ਨਹੀਂ ਕਰਦੀ ਵੋਡਾ ਐਕਟ ਦੇ ਕਰਕੇ, ਬਟ ਰਿਪੇਅਰ ਮੇਨਟੇਨੈਂਸ ਦਾ ਸਰਟਨਲੀ ਉਹਦੇ ਚ ਪ੍ਰੋਵੀਜ਼ਨ ਸੀਗਾ। ਦੂਜੀਆਂ ਸਰਕਾਰਾਂ ਦੀ ਬਿਲਕੁਲ ਕੋਈ ਕੰਮ ਕਰਨ ਦੀ ਨੀਅਤ ਨਹੀਂ ਸੀ, ਆ ਅਸੀਂ ਕਰਕੇ ਦਿਖਾਇਆ। ਇਸ ਤੋਂ ਇਲਾਵਾ ਲਾਈਟ ਸਾਰੀ ਮੰਡੀ ਚ ਲੱਗ ਗਈਆਂ। ਜਦੋਂ ਅਸੀਂ ਇਨੀਸ਼ੀਅਲੀ ਆਉਂਦੇ ਸੀਗੇ ਤੇ ਇੱਥੇ ਬਹੁਤ ਵਿੱਚ ਡਾਰਕ ਹੁੰਦਾ ਸੀਗਾ ਰਾਤ ਦੇ ਟਾਈਮ ਦੇ ਉੱਤੇ। ਅਸੀਂ ਤਕਰੀਬਨ ਇੱਥੇ ਕੋਈ 60 ਦੇ ਕਰੀਬ ਲਾਈਟਸ ਜਿਹੜੀਆਂ ਨੇ ਉਹ ਲੱਗਦੀਆਂ ਰਾਤ ਦੇ ਟਾਈਮ। ਅਗਰ ਤੁਸੀਂ ਆਉਂਦੇ ਹੋ ਤਾਂ ਪੂਰਾ ਵੈਲ ਲਿਟ ਏਰੀਆ ਹੁੰਦਾ। 4 ਨੰਬਰ ਸ਼ੈੱਡ 6 ਨੰਬਰ ਸ਼ੈੱਡ ਦੇ ਸਰਾਊਂਡਿੰਗ ਅਸੀਂ ਸੜਕ ਵੀ ਜਿਹੜੀ ਆ ਉਹ ਬਣਵਾਉਣ ਜਾ ਰਹੇ ਹੈਗੇ ਆ। ਸੋ ਇਹ ਅਜੇ ਸ਼ੁਰੂਆਤ ਹੈ, ਪਰ ਤੁਸੀਂ ਮੈਂ ਦਿਖਾਣਾ ਚਾਹਾਂਗੀ ਕਿ ਤੁਸੀਂ ਆ ਦੇਖੋ, ਆ 2 ਸ਼ੈੱਡ ਨਏ ਹੈ, ਇਹਦੇ ਪਿੱਛੇ ਦੇਖੋ ਸ਼ੈੱਡ ਦੇ ਹਾਲਾਤ ਕੀ ਬਣੇ ਪਏ ਆ ਜਿਹਨੂੰ ਅਸੀਂ ਹਜੇ ਕਰਾਉਣਾ ਆ। ਸੋ ਇਹ ਇੱਕ ਬਹੁਤ ਵੱਡਾ ਕੰਮ ਸੀ ਔਰ ਇਸ ਦੇ ਬਾਰੇ ਚ ਮੈਂ ਵਿਧਾਨ ਸਭਾ ਦੇ ਵਿੱਚ ਵੀ ਸਵਾਲ ਕੀਤਾ ਸੀਗਾ ਔਰ ਮੈਂ ਇਹ ਦੇਖਦੀ ਰਹੀ ਕਿ ਮੰਡੀ ਦੇ ਨਾਂ ਤੇ ਸਿਆਸਤ ਵੀ ਬਹੁਤ ਹੁੰਦੀ ਸੀਗੀ। ਬਹੁਤ ਸਾਰੇ ਵੱਡੇ ਵੱਡੇ ਲੀਡਰ ਬਹੁਤ ਜ਼ਿਆਦਾ ਆ ਕੇ ਰੌਲਾ ਵੀ ਪਾਉਂਦੇ ਸੀਗੇ ਇੱਥੇ ਆ ਕੇ, ਪਰ ਮੁੱਖ ਦੀ ਗੱਲ ਇਹ ਹੈਗੀ ਹੈ ਕਿ ਸਾਡੀ ਸਰਕਾਰ ਨੇ ਜਿੰਨੇ ਵਾਅਦੇ ਕੀਤੇ ਨੇ ਅਸੀਂ ਉਹ ਸਾਰੇ ਪੂਰੇ ਕਰ ਰਹੇ ਹਾਂ ਔਰ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਰਹਿ ਗਏ ਨੇ ਉਹ ਵੀ ਕਰਾਂਗੇ। ਔਰ ਮੇਰੀ ਇਹ ਨਿੱਜੀ ਖਾਹਿਸ਼ ਹੈ ਕਿ ਸਾਡੀ ਇਹ ਮੰਡੀ ਬਹੁਤ ਅੱਛਾ ਵੱਡਾ ਲੰਬਾ ਏਰੀਆ ਕਵਰ ਕਰਦੀ ਹੈ। ਸੋ ਇਹ ਸਾਨੂੰ ਅਸੀਂ ਇਹਨੂੰ ਇੱਕ ਚੰਗੀ ਹਾਈਟੈਕ ਮੰਡੀ ਬਣਾਉਣਾ ਚਾਹਾਂਗੇ। ਦੇਖੋ, ਪਿਛਲੇ ਕਈ ਸਾਲ ਸਾਡੀ ਤਾਂ ਉਮਰ ਹੀ ਘੱਟ ਹੈ, 40-45 ਸਾਲ ਸਿਰਫ ਗੱਲਾਂ ਹੀ ਹੋਈਆਂ ਜੇ। ਕਿਸੇ ਨੇ 10 ਪੈਸੇ ਦਾ ਕੰਮ ਨਹੀਂ ਅਜੇ ਤੱਕ ਮੰਡੀ ਦੇ ਵਿੱਚ ਕਰਾਇਆ। ਪਹਿਲੀ ਵਾਰੀ ਆਮ ਆਦਮੀ ਪਾਰਟੀ ਸਰਕਾਰ ਆਈ ਆ, ਸਾਨੂੰ ਬੜੀ ਮਾਣ ਮਹਿਸੂਸ, ਸਾਡੇ ਹਲਕੇ ਦੇ ਐਮਐਲਏ ਜਿਨ੍ਹਾਂ ਨੇ ਆਪਣੀ ਪੂਰੀ ਤਵੱਜੋ ਦੇ ਕੇ ਸਾਰੇ ਕੰਮ ਕਰਵਾਏ ਆ ਜੀ। ਤੁਸੀਂ ਕਦੇ ਵੀ ਦੇਖ ਲਿਓ ਪਿਛਲੇ 30 ਸਾਲਾਂ 40 ਸਾਲ ਰਿਕਾਰਡ ਦੇਖੋ ਵੀ ਮੰਡੀ 'ਚ ਇੱਕ 10 ਪੈਸੇ ਦਾ ਕੰਮ ਨਹੀਂ ਹੋਇਆ। ਲੱਗਦਾ ਕਿ ਪਾਰਟੀ ਤੋਂ ਉੱਠ ਕੇ ਕੰਮ ਕੀਤੇ ਜਾ ਰਹੇ ਜੀ। ਹਾਂਜੀ, ਬਿल्कुल जी, पार्टी ਤੋਂ ਉੱਠ ਕੇ ਕੰਮ ਕੀਤੇ ਜਾਣ ਰਹੇ। अमृतसर में 4 साहिबजादों और माता गुजरी जी की लासानी शहादत को नमन करते हुए एक विशेष फ्री बस सेवा की शुरुआत की गई है। इस पावन सेवा के तहत 20 दिसंबर से 27 दिसंबर तक श्री अमृतसर साहिब से श्री
फतेहगढ़ साहिब तक श्रद्धालुओं के लिए निःशुल्क बसें चलाई जा रही हैं। इसी कड़ी के तहत आज नॉर्थ विधानसभा क्षेत्र से पहला जत्था श्रद्धा और सेवा भाव के साथ रवाना किया गया। तो वहीं इस पहले जत्थे को सेवादार अक्षय शर्मा और भाजपा लोकसभा इंचार्ज तरनजीत सिंह संधू की ओर से हरी झंडी दिखाकर रवाना किया गया। इस अवसर पर बड़ी संख्या में संगतें उपस्थित रही। वहीं आयोजकों ने बताया कि श्रद्धालुओं की सुविधा को ध्यान में रखते हुए कुल 15 बसों की व्यवस्था की गई है ताकि अधिक से अधिक संगत बिना किसी असुविधा के शहीदी सभा में शामिल हो सके। तो वहीं अक्षय शर्मा ने कहा कि श्री गुरु गोविंद सिंह जी के चारों साहिबजादों और माता गुजरी जी की शहादत सिर्फ सिख इतिहास ही नहीं बल्कि पूरी मानवता के लिए त्याग, साहस और धर्म की रक्षा का महान प्रतीक है। वहीं उन्होंने कहा कि इस तरह की फ्री बस सेवा द्वारा संगत को शहीदी स्थानों के दर्शन करवाना बड़ा सौभाग्य है। उन्होंने कहा कि 20 से 27 दिसंबर तक हर रोज अलग अलग जत्थे अमृतसर से श्री फतेहगढ़ साहिब के लिए रवाना किए जाएंगे। वहीं उन्होंने कहा कि यात्रा के दौरान संगत की सुरक्षा और सुविधा का विशेष ध्यान रखा गया है। हर बस में बैठने की पूरी व्यवस्था है। साथ ही हर बस में इतिहासकारों की ड्यूटी लगाई गई है जो यात्रियों को चारों साहिबजादों की शहादत से संबंधित ऐतिहासिक जानकारी देंगे। इसके अलावा बसों में चारों साहिबजादों पर आधारित फिल्में भी दिखाई जा रही हैं। किसी भी इमरजेंसी के लिए एम्बुलेंस और फायर ब्रिगेड की सुविधा उपलब्ध है। वहीं भाजपा लोकसभा इंचार्ज तरनजीत सिंह संधू ने मीडिया से बातचीत करते हुए कहा कि ये पहल बहुत ही सराहनीय है और समाज को जोड़ने वाली है। वहीं उन्होंने कहा कि बच्चों और युवाओं को अपने इतिहास से जोड़ना बहुत जरूरी है क्योंकि इससे उन्हें जीवन की मुश्किलों का सामना करने की हिम्मत और ताकत मिलती है। वहीं संगत ने भी सरकार और आयोजकों की इस पहल की जमकर प्रशंसा की। संगतों ने कहा कि ये पहली बार है कि जब इतनी बड़ी संख्या में निःशुल्क बसों के द्वारा शहीदी स्थानों के दर्शन करवाए जा रहे हैं। ये पहल शहीदों के सम्मान के साथ साथ सामाजिक एकता और भाईचारे का भी एक मजबूत संदेश देती है। ਅੱਜ ਸਾਹਿਬਜ਼ਾਦਾ ਜਿਹੜੇ ਸਾਡੇ 4 ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਦੇਖਦੇ ਹੋਏ ਅੱਜ ਸਾਡੀ ਅੰਮ੍ਰਿਤਸਰ ਹਲਕਾ ਨੌਰਥ ਦੀ ਸੰਗਤ ਨੇ ਅੱਜ 2000 ਤੋਂ ਪਲੱਸ ਸੰਗਤ ਜਿਹੜੀ 25 ਤੋਂ 30 ਬੱਸਾਂ ਦੇ ਵਿੱਚ ਸ਼੍ਰੀ ਫਤਿਹਗੜ੍ਹ ਸਾਹਿਬ ਨੂੰ ਜਾ ਰਹੀ ਹੈ। ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਸਾਡੀ ਇੱਕ ਉਮੀਦ ਸੀਗੀ ਨਵੇਂ ਨੌਜਵਾਨ ਨਵੀਂ ਪੀੜ੍ਹੀ ਇਸ ਇਤਿਹਾਸ ਨੂੰ ਇਸ ਸਾਕੇ ਨੂੰ ਸਮਝ ਸਕੇ ਵੀ ਕਿਸ ਤਰੀਕੇ ਦੇ ਨਾਲ ਉਹਨਾਂ ਨੰਨੀਆਂ ਜਿੰਦਾਂ ਨੇ ਇਹ ਮਾਤਾ ਜੀ ਨੇ ਕਿਵੇਂ ਆਪਣੇ ਧਰਮ ਤੇ ਦੇਸ਼ ਤੇ ਸਮਾਜ ਦੇ ਲਈ ਸ਼ਹਾਦਤਾਂ ਦਿੱਤੀਆਂ ਤੇ ਅੱਜ ਅਸੀਂ ਉਹ ਉਪਰਾਲਾ ਕਰਨ ਚੱਲੇ ਆ। ਉਮੀਦ ਕਰਦੇ ਆ ਅਰਦਾਸ ਕਰਦੇ ਆ ਵੀ ਇਹ ਲੋਕ ਇਹ ਸੰਗਤ ਜਲਦ ਤੋਂ ਜਲਦ ਹੋਰ ਇਹ ਸੰਗਤ ਵਧੇ ਸਭ ਲੋਕਾਂ ਦੀ ਰੁਚੀ ਬਣੇ ਲੋਕ ਧਰਮ ਨਾਲ ਲੋਕ ਸਮਾਜ ਨਾਲ ਤੇ ਦੇਸ਼ ਨਾਲ ਉਨਾ ਹੀ ਪਿਆਰ ਕਰਨ ਜੋ ਸਾਡੇ ਗੁਰੂਆਂ ਦਾ ਸੰਦੇਸ਼ ਸੀਗਾ। ਵਾਪਸੀ ਕਿਦੋਂ ਹੋਏਗੀ ਤੇ ਇਹਦੇ ਵਿੱਚ ਸੁਵਿਧਾਵਾਂ ਕਿਹੜੀ ਬੱਸਾਂ ਕਿੰਨੇ ਲੋਕ ਜਾ ਰਹੇ? ਦੇਖੋ ਟੋਟਲ ਸਾਡੀਆਂ 30 ਬੱਸਾਂ ਜਾ ਰਹੀਆਂ ਨੇ। 30 ਬੱਸਾਂ ਦੇ ਵਿੱਚੋਂ ਨਾਲ ਨਾਲ ਐਂਬੂਲੈਂਸ ਵੀ ਜਾ ਰਹੀ ਹੈ, ਫਾਇਰ ਬ੍ਰਿਗੇਡ ਦੀ ਗੱਡੀ ਵੀ ਜਾ ਰਹੀ ਹੈ, ਪ੍ਰਸ਼ਾਸਨ ਦਾ ਸਹਿਯੋਗ ਹੈ। ਉਹਦੇ ਨਾਲ ਸਾਡੇ ਹਿਸਟਰੀ ਦੇ ਕਈ ਯੂਨੀਵਰਸਿਟੀ ਦੇ ਵਿਦਿਆਰਥੀ ਨੇ ਜਿਹੜੇ ਗੱਡੀਆਂ ਦੇ ਵਿੱਚ ਨੇ ਉਹ ਸਾਰਾ ਇਤਿਹਾਸ ਦੱਸਦੇ ਜਾਣਗੇ। ਜਿੰਨਾ ਗੱਡੀਆਂ ਦੇ ਵਿੱਚ ਅਸੀਂ ਸੁਵਿਧਾ ਕਰਾ ਸਕੇ ਹਾਂ ਟੀਵੀ ਦੀ 4 ਸਾਹਿਬਜ਼ਾਦਿਆਂ ਦੀ ਮੂਵੀ ਵੀ ਦਿਖਾ ਰਹੇ ਹਾਂ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਵੱਧ ਤੋਂ ਵੱਧ ਉਹਨਾਂ ਨੂੰ ਉਸ ਇਤਿਹਾਸ ਨਾਲ ਜੋੜ ਸਕੀਏ। ਆਖਿਰ ਜਿਸ ਤਰ੍ਹਾਂ ਦੇ ਕੋਈ ਦੋ ਧਰਮ ਨਾਲ ਸੰਬੰਧਿਤ ਹੈ ਲੱਗਦਾ ਕਿਸ ਤਰ੍ਹਾਂ ਉਪਰਾਲੇ ਹੋਰ ਲੋਕਾਂ ਨੂੰ ਕਰੇ ਤਾਂ ਜੋ ਸਿੱਖ ਜਿਹੜੇ ਨੇ ਆਪਣੇ ਛੋਟੇ ਛੋਟੇ ਬੱਚੇ ਨੂੰ ਉੱਥੇ ਲੈ ਕੇ ਜਾਣ ਆਪਣੇ ਇਤਿਹਾਸ ਨਾਲ ਜੋੜ ਸਕਣ। ਦੇਖੋ ਇਹੀ ਤੇ ਖੂਬਸੂਰਤੀ ਹੈ ਪੰਜਾਬ ਦੀ। ਇੱਥੇ ਕੋਈ ਹਿੰਦੂ ਨਹੀਂ ਕੋਈ ਸਿੱਖ ਨਹੀਂ ਅਸੀਂ ਸਾਰੇ ਹੀ ਇੱਕ ਉਸ ਅਕਾਲ ਪੁਰਖ ਦੇ ਬੱਚੇ ਹਾਂ। ਸਾਨੂੰ ਇਹਨਾਂ ਜੋ ਸ਼ਹੀਦੀਆਂ ਸਾਡੇ ਲਈ ਇਹਨਾਂ ਗੁਰੂਆਂ ਨੇ ਜਾਂ ਇਹਨਾਂ ਜੋ ਸਾਹਿਬਜ਼ਾਦਿਆਂ ਨੇ ਦਿੱਤੀਆਂ ਨੇ ਸਾਡਾ ਫਰਜ਼ ਬਣਦਾ ਹੈ ਵੀ ਇਹ ਸਭ ਉਪਰਾਲੇ ਕਰੀਏ। ਕੋਈ ਬਹੁਤ ਨਫੀਸ ਤੇ ਵਧੀਆ ਉਪਰਾਲਾ ਆ ਆਪਣੇ ਭਰਾਵਾਂ ਭੈਣਾਂ ਨੂੰ ਇਕੱਠੇ ਜਾਣ ਦੀ ਖਾਸ ਤੌਰ ਤੇ ਏਜੰਸੀ ਆਪਣੀ ਸ਼ਹੀਦੀ ਦਿਵਸ ਦੇ ਸਾਰੇ ਇਕੱਠੇ ਹੋ ਕੇ ਜਾਣਗੇ। ਇੱਥੋਂ ਸਿਕਿਉਰਿਟੀ ਤੇ ਮਿਲਦੀ ਆ ਲੇਕਿਨ ਨਾਲ ਇਕੱਠੇ ਹੋ ਕੇ ਵਿੱਚੋਂ ਪਤਾ ਵੀ ਲੱਗਦਾ ਕਿ ਕੀ ਹੋਇਆ ਹਿਸਟਰੀ ਦੇ ਬਾਰੇ ਬੱਚਿਆਂ ਨੂੰ ਵੀ ਜਾਣਕਾਰੀ ਮਿਲੇਗੀ ਔਰ ਇਹ ਖਾਸ ਤੌਰ ਤੇ ਸਾਡੇ ਅੰਮ੍ਰਿਤਸਰ ਦੇ ਲੋਕਾਂ ਲਈ ਇੱਕ ਬੜਾ ਵਧੀਆ ਉਪਰਾਲਾ ਹੈ। ਲੱਗਦਾ ਕਿ ਇਤਨੇ ਸਭ ਉਪਰਾਲੇ ਹੋਣੇ ਚਾਹੀਦੇ ਜਿਹੜੇ ਕਿ ਨੌਜਵਾਨ ਪੀੜ੍ਹੀ ਸਿੱਖੀ ਦੇ ਨਾਲ ਜੁੜ ਸਕੇ ਸਿੱਖ ਇਤਿਹਾਸ ਦੇ ਬਾਰੇ ਪਤਾ ਲੱਗ ਸਕੇ। ਬਿਲਕੁਲ ਉਪਰਾਲੇ ਹੋਣੇ ਚਾਹੀਦੇ ਆ। ਇਹਨਾਂ ਨੂੰ ਤੁਸੀਂ ਯੂਥ ਦੀ ਗੱਲ ਕੀਤੀ ਆ ਇਹਨਾਂ ਨੂੰ ਡਿਵੈਲਪਮੈਂਟ ਵੱਲ ਵੀ ਪੂਰੀ ਮਦਦ ਹੋਣੀ ਚਾਹੀਦੀ ਆ। ਸਕਿੱਲਾਂ ਇਹਨਾਂ 'ਚ ਹੋਣੀਆਂ ਚਾਹੀਦੀਆਂ ਸਿਰਫ ਡਿਗਰੀਆਂ ਨਾ ਹੋਣ ਤਾਂ ਹੀ ਫਿਊਚਰ 'ਚ ਇਹਨਾਂ ਦਾ
ਚੰਗੀ ਲਾਈਫ ਬਣੇਗੀ। ਸਾਰੇ ਆਪਣੇ ਜਿੰਨੇ ਪਰਿਵਾਰ ਨੇ ਉਹਨਾਂ ਨੂੰ ਹੀ ਉਹਦਾ ਬੈਨੀਫਿਟ ਹੁੰਦਾ। नकोदर क्षेत्र की विधायक इंद्रजीत कौर मान ने प्रेस कॉन्फ्रेंस के दौरान जिला परिषद और ब्लॉक समिति के चुनावों को लेकर चर्चा की। उन्होंने कहा कि चुनावों में वोटर और पार्टी के कार्यकर्ताओं ने बहुत साथ दिया। उन्होंने कहा कि चुनावों में उनके क्षेत्र से 48% ही वोट पोलिंग हुई थी और उनमें से 25,951 वोट आम आदमी पार्टी को मिली, 19,356 वोट कांग्रेस को, 6,123 अकाली दल, 6,128 बसपा, 6,154 आज़ाद उम्मीदवारों को मिली। उन्होंने कहा कि चुनावों के दौरान सातों पार्टियों की ओर से अकेले आम आदमी पार्टी को ही निशाना बनाया गया था और एक दूसरे के साथ गठजोड़ किया गया था। सभी पार्टियां एक तरफ और आम आदमी पार्टी दूसरी तरफ, जो कि उन सभी से जीतकर निकली है। ਜਿਹੜੀਆਂ ਸਾਡੀਆਂ ਬਲਾਕ ਸੰਮਤੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਇਲੈਕਸ਼ਨਸ ਹੋਈਆਂ ਉਹਦੇ ਵਿੱਚ ਮੇਰੇ ਹਲਕੇ ਦੇ ਲੋਕਾਂ ਨੇ ਕਿਵੇਂ ਮਤਲਬ ਦੂਸਰੀਆਂ ਪਾਰਟੀਆਂ ਦੇ ਮੁਕਾਬਲੇ ਮੇਰਾ ਡਟ ਕੇ ਸਾਥ ਦਿੱਤਾ, ਉਹਦੇ ਵਾਸਤੇ ਮੈਂ ਆਪਣੇ ਵੋਟਰਾਂ ਦਾ, ਸਪੋਰਟਰਾਂ ਦਾ, ਆਪਣੇ ਸਾਰੇ ਪਾਰਟੀ ਦੇ ਅਹੁਦੇਦਾਰ ਸਹਿਬਾਨਾਂ ਦਾ ਧੰਨਵਾਦ ਕਰਨ ਵਾਸਤੇ ਔਰ ਉਹਨਾਂ ਨੂੰ ਹੋਰ ਬੂਸਟ ਕਰਨ ਵਾਸਤੇ ਜਿਹੜਾ ਉਹ ਸਭ ਦਾ ਤਹਿ ਦਿਲ ਤੋਂ ਧੰਨਵਾਦ ਕਰਦੀ ਹਾਂ ਕਿ ਵੀ ਉਹਨਾਂ ਨੇ ਇਸ ਇੱਕ ਕਿਸਮ ਦੀ ਜਿਹੜੀ ਨਕੋਦਰ ਹਲਕੇ ਦੇ ਵਿੱਚ ਇੱਕ ਪਾਸੜ ਹਨੇਰੀ ਆਈ ਸੀ ਉਹਦਾ ਡਟ ਕੇ ਮੁਕਾਬਲਾ ਕੀਤਾ ਔਰ ਉਸ ਡਟ ਕੇ ਕੀਤੇ ਹੋਏ ਮੁਕਾਬਲੇ ਦੇ ਚੱਲਦੇ ਅਸੀਂ 7 ਪਾਰਟੀਆਂ ਇੱਕ ਪਾਸੇ ਔਰ ਆਮ ਆਦਮੀ ਪਾਰਟੀ ਇਕੱਲੀ ਇੱਕ ਪਾਸੇ ਹੋਣ ਤੇ ਅਸੀਂ ਉਹਦੇ ਵਿੱਚੋਂ ਜੇਤੂ ਹੋ ਕੇ ਨਿਕਲੇ ਹਾਂ ਔਰ ਸਿਰਫ 240 ਵੋਟਾਂ ਜੇ ਸਾਨੂੰ ਹੋਰ ਮਿਲਦੀਆਂ ਤਾਂ ਅਸੀਂ 6 ਬਲਾਕ ਸੰਮਤੀਆਂ ਜਿਹੜੀਆਂ ਨਾ ਉਹ ਹੋਰ ਜਿੱਤ ਦਰਜ ਕਰ ਸਕਦੇ ਸੀ। ਔਰ ਮੈਂ ਤੁਹਾਨੂੰ ਜਿਹੜੀ ਉਹ ਡਿਟੇਲ ਵਾਈਜ਼ ਦੱਸਣਾ ਚਾਹੁੰਦੀ ਹਾਂ। ਸਭ ਤੋਂ ਪਹਿਲਾਂ ਕਿ ਜਿਹੜੀ ਸਾਡੀ ਜ਼ਿਲ੍ਹਾ ਪ੍ਰੀਸ਼ਦ ਤੇ ਸੰਮਤੀ ਦੀਆਂ ਚੋਣਾਂ ਨੇ ਉਹਦੇ ਵਿੱਚ ਟੋਟਲ ਹਲਕੇ ਦੇ ਵਿੱਚ ਜਿਹੜੀ ਤਕਰੀਬਨ 48% ਵੋਟ ਪੋਲ ਹੋਈ ਸੀ ਔਰ ਉਹਦੇ ਵਿੱਚੋਂ 25,955 ਵੋਟਾਂ ਜਿਹੜੀਆਂ ਨੇ ਉਹ ਆਮ ਆਦਮੀ ਪਾਰਟੀ ਨੂੰ ਮਿਲੀਆਂ ਔਰ 19,356 ਵੋਟਾਂ ਜਿਹੜੀਆਂ ਉਹ ਕਾਂਗਰਸ ਨੂੰ ਮਿਲੀਆਂ ਔਰ 6123 ਵੋਟਾਂ ਜਿਹੜੀਆਂ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਤੇ 6128 ਵੋਟਾਂ ਬਸਪਾ ਨੂੰ ਮਿਲੀਆਂ ਔਰ ਆਜ਼ਾਦ ਉਮੀਦਵਾਰ ਜਿਹੜੇ ਨੇ ਇਹਨਾਂ ਨੇ ਖੜੇ ਕੀਤੇ ਸੀ 6154 ਵੋਟਾਂ ਉਹਨਾਂ ਨੂੰ ਮਿਲੀਆਂ। ਕਹਿਣ ਦੇ ਮੁਕਾਬਲੇ ਮੇਰਾ ਮਤਲਬ ਇਹ ਆ ਕਿ ਆ ਮੈਂ ਤੁਹਾਡੇ ਨਾਲ ਪੋਸਟਰ ਸਾਂਝੇ ਕਰਨੇ ਚਾਹੁੰਦੀ ਹਾਂ। ਇਹ ਜਿਹੜਾ ਪਾਰਟੀਆਂ ਦੀ ਆਈਡੀਓਲੋਜੀ ਦਾ ਤੇ ਪਾਰਟੀਆਂ ਦੇ ਏਜੰਡੇ ਦਾ ਤੇ ਪਾਰਟੀਆਂ ਦੀ ਸੋਚ ਕੀ ਹੈ ਲੋਕਾਂ ਦੇ ਪ੍ਰਤੀ, ਪਾਰਟੀਆਂ ਦੇ ਪ੍ਰਤੀ ਉਹਨਾਂ ਦੀ ਕਿੰਨੀ ਕੁ ਵਫਾਦਾਰੀ ਆ, ਇਹ ਉਹਦੀ ਜਿਉਂਦੀ ਜਾਗਦੀ ਤਸਵੀਰ ਆ ਕਿ ਕਿਵੇਂ 7 ਪਾਰਟੀਆਂ ਇਹਨਾਂ ਨੇ ਇੱਕ ਨੁਕਾਤੀ ਪ੍ਰੋਗਰਾਮ ਬਣਾਇਆ ਕਿ ਆਮ ਆਦਮੀ ਪਾਰਟੀ ਨੂੰ ਜਿਹੜਾ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ। ਇਹਨਾਂ ਨੇ ਸਾਰਿਆਂ ਨੇ 7 ਪਾਰਟੀਆਂ ਨੇ ਮਿਲ ਕੇ ਜਿਨ੍ਹਾਂ ਨੇ ਹਿੱਸੇਦਾਰੀਆਂ ਕੀਤੀਆਂ, ਜਿਨ੍ਹਾਂ ਨੇ ਵੰਡ ਕੇ ਜਿਹੜੀਆਂ ਉਹ ਸੀਟਾਂ ਇੱਥੇ ਪੂਰੇ ਹਲਕੇ ਦੇ ਵਿੱਚ ਲੜੀਆਂ। ਵੰਡ ਦੇ ਹਿਸਾਬ ਦੇ ਨਾਲ ਮੈਂ ਤੁਹਾਨੂੰ ਦੱਸਾਂ ਕਿ 14 ਜ਼ੋਨ ਜਿਹੜੇ ਸੰਮਤੀ ਦੇ ਨੇ ਉਹ ਜ਼ੋਨ ਨੇ ਜਿੱਥੇ 7 ਪਾਰਟੀਆਂ ਨੇ ਇੱਕ ਕੈਂਡੀਡੇਟ ਖੜਾ ਕਰਕੇ ਦੂਸਰਾ ਮੁਕਾਬਲੇ ਦੇ ਵਿੱਚ ਕੋਈ ਕੈਂਡੀਡੇਟ ਖੜਾ ਨਹੀਂ ਕੀਤਾ, ਜਿਹਦੇ ਵਿੱਚੋਂ ਆਲੋਵਾਲ, ਹੇਰਾ, ਆਦੀ, ਨੂਰਪੁਰ, ਗੰਦਰਾ ਉੱਥੇ ਸਿਰਫ ਕਾਂਗਰਸ ਨੇ ਆਪਣਾ ਉਮੀਦਵਾਰ ਦਿੱਤਾ, ਕਿਸੇ ਹੋਰ ਪਾਰਟੀ ਨੇ ਆਪਣਾ ਉਮੀਦਵਾਰ ਨਹੀਂ ਦਿੱਤਾ। ਇੱਦਾਂ ਜਿਹੜੇ ਸ਼ੰਕਰ ਜ਼ੋਨ ਸੀਗਾ ਸਾਡਾ, ਸ਼ੰਕਰ, ਰਸੂਲਪੁਰ ਤੇ ਖਾਨਪੁਰ ਢੱਡਾ, ਇਹਦੇ ਵਿੱਚ ਜਿਹੜੇ ਆਜ਼ਾਦ ਉਮੀਦਵਾਰਾਂ ਨੂੰ ਦੇ ਮੁਕਾਬਲੇ ਵਿੱਚ ਕਿਸੇ ਪਾਰਟੀ ਨੇ ਜਿਹੜਾ ਆਪਣਾ ਕੈਂਡੀਡੇਟ ਨਹੀਂ ਦਿੱਤਾ। ਔਰ ਇਹਦੇ ਨਾਲ ਹੀ ਜਿਹੜਾ ਅਗਲਾ ਸਾਡਾ ਆ ਜਾਂਦਾ ਬਾਟਕਲਾਂ, ਉੱਥੇ ਬੀਐਸਪੀ ਦੇ ਮੁਕਾਬਲੇ ਦੇ ਵਿੱਚ ਕਿਸੇ ਪਾਰਟੀ ਨੇ ਕੋਈ ਕੈਂਡੀਡੇਟ ਨਹੀਂ ਦਿੱਤਾ। ਇੱਦਾਂ ਹੀ ਸ਼ਮਸ਼ਾਬਾਦ, ਗੁਮਟਾਲੀ, ਤਲਵਣ, ਇਹਦੇ ਵਿੱਚ ਕਾਂਗਰਸ ਦੇ ਮੁਕਾਬਲੇ ਕਿਸੇ ਪਾਰਟੀ ਨੇ ਕੈਂਡੀਡੇਟ ਨਹੀਂ ਦਿੱਤਾ। ਇਸੇ ਤਰ੍ਹਾਂ ਹੀ ਕੋਟ, ਬਾਦਲ ਖਾਂ ਤੇ ਚੂਹੇਟੀ, ਉਹਦੇ ਵਿੱਚ ਬੀਐਸਪੀ ਦੇ ਖਿਲਾਫ ਕਿਸੇ ਪਾਰਟੀ ਨੇ ਕੋਈ ਜਿਹੜਾ ਆਪਣਾ ਕੈਂਡੀਡੇਟ ਨਹੀਂ ਦਿੱਤਾ। ਮੇਰੇ ਕਹਿਣ ਦਾ ਮਤਲਬ ਸਿਰਫ ਇਹ ਆ ਕਿ ਆਮ ਆਦਮੀ ਪਾਰਟੀ ਨੂੰ ਹਰਾਉਣ ਵਾਸਤੇ ਵਿਰੋਧੀਆਂ ਨੇ ਹਰ ਇੱਕ ਅਸੂਲ ਜਿਹੜਾ ਉਹ ਛਿੱਕੇ ਟੰਗ ਕੇ ਇੱਕ ਨਾਪਾਕ ਜਿਹਾ ਖੁੱਲ੍ਹਾ ਇੱਕ ਤਾਂ ਹੁੰਦਾ ਨਾ ਕਿ ਅੰਦਰ ਖਾਤੇ ਕੋਈ ਇਹਨਾਂ ਨੇ ਗੱਠਜੋੜ ਕੀਤਾ ਹੋਵੇ, ਖੁੱਲ੍ਹਾ ਗੱਠਜੋੜ ਜਿਹੜਾ ਉਹ ਕੀਤਾ। होशियारपुर के माल रोड स्थित एमडी मार्केट के नजदीक भगत सिंह चौक में कैरेट लेन शोरूम का शुभारंभ किया गया। इस दौरान ग्राहकों की भीड़ देखने को मिली जो कि अपनी पसंदीदा ज्वेलरी खरीदती नजर आई। इस अवसर पर स्टोर के मैनेजर हरिंदर कुमार ने जानकारी देते हुए बताया कि होशियारपुर में भी कैरेट लेन का शोरूम खुल गया है, जो कि एक टाटा का प्रोडक्ट है जिसमें उच्च क्वालिटी के डायमंड और प्रोडक्ट्स उपलब्ध होंगे। इस दौरान ग्राहकों को आकर्षक ऑफर्स भी मिलेंगे। उन्होंने ग्राहकों को शोरूम में विजिट कर इसका लाभ लेने की बात कही। उन्होंने कहा कि कैरेट लेन हमेशा की तरह ग्राहकों के लिए बढ़िया से बढ़िया ऑफर्स और कई अच्छे प्रोजेक्ट लेकर आएगा। मार्केटिंग हेड अर्षा ने बताया कि कैरेट लेन का ये पहला स्टोर होशियारपुर में और 16वां स्टोर पूरे पंजाब की
बेल्ट में खोला गया है, जो कि उनके लिए बेहद खुशी की बात है। उन्होंने बताया कि यहाँ पर डेली वेयर ज्वेलरी की वैरायटीज उपलब्ध रहेंगी। इसके साथ अलग अलग कलेक्शंस जैसे पीपल कलेक्शन जो पीपल के पेड़ से इंस्पायर्ड हैं। इसके अलावा सोल और लूना कलेक्शन भी खास तौर पर ग्राहकों को मिलेगी। इसी के साथ उन्होंने बताया कि उनके शोरूम में आकर्षक डिजाइन्स के मंगलसूत्र, बच्चों और पुरुषों की ज्वेलरी भी अच्छे ऑफर्स के साथ उपलब्ध है। नमस्ते, मेरा नाम अर्षा है। मैं कैरेट लेन में मार्केटिंग देखती हूँ और मुझे बहुत खुशी हो रही है बताते हुए कि हमने अपना पहला स्टोर खोला है होशियारपुर में और अपना 16वां स्टोर खोला है पूरे पंजाब की बेल्ट में। मैडम कौन कौन सी वैरायटी आप लेकर आए हैं? तो यहाँ पे आपको एवरीडे ज्वेलरी के काफ़ी अच्छे सुंदर डिज़ाइंस मिलेंगे जो आप इजीली अपने ऑफिस वेयर में या डेली वेयर में पहन सकते हैं। हमारे पास अलग अलग सुंदर कलेक्शंस भी हैं, जैसे पीपल कलेक्शन जो पीपल के पेड़ से इंस्पायर्ड है, सोल एंड लूना जो सन एंड मून से इंस्पायर्ड है। इस तरीके की आपको बहुत सारी कलेक्शंस यहाँ मिलेंगी। उसके अलावा आपको एवरीडे नेकलेसेस, बैंगल्स, मंगलसूत्र, रिंग्स, ईयरिंग्स भी मिलेंगे। बच्चों की ज्वेलरी भी हमारे पास है एंड मेंस की ज्वेलरी भी हम केटर करते हैं। जो आपके यहाँ लेने आएंगे उनको लिए कोई डिस्काउंट वगैरह जो हर दिन रहेगा या कोई अलग? हमारे काफ़ी सारे डिस्काउंट्स चलते रहते हैं विच आर बेस्ट इन द मार्केट। आप एमडी आर्केड भगत सिंह चौक के पास हमारा स्टोर खुला है। यहाँ पे आप आके हमारे स्टाफ से भी बात कर सकते हैं। हमारे पास कुछ गोल्ड सेविंग स्कीम्स भी हैं यहाँ पे विच वी कॉल ट्रेजर चेस्ट, जिसमें आप मंथली इंस्टॉलमेंट्स दे सकते हैं, गोल्ड अप्रिसिएशन का भी फ़ायदा उठा सकते हैं। एंड यहाँ पे राउंड द ईयर हमारे पास कुछ ना कुछ आपके लिए अच्छा ऑफर चलता ही रहता है। मेरा नाम हरिंदर कुमार है। मैं स्टोर मैनेजर कैरेट लेन हुशियारपुर स्टोर के ਵਿੱਚ मैं एज ए स्टोर मैनेजर काम करदा और मैं ਅੱਜ 20 ਦਸੰਬਰ ਸਾਰੇ ਹੁਸ਼ਿਆਰਪੁਰ ਵਾਸੀਆਂ ਦਾ ਪਹਿਲਾਂ ਤਾਂ ਬਹੁਤ ਸਵਾਗਤ ਕਰਨਾ ਚਾਹੁੰਦਾ ਕਿ ਤੁਹਾਡੇ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਕੈਰਟ ਲੇਨ ਦਾ ਸ਼ੋਰੂਮ ਓਪਨ ਹੋ ਗਿਆ ਹੈ ਤੇ ਕੈਰਟ ਲੇਨ ਦਾ ਸ਼ੋਰੂਮ ਹਮੇਸ਼ਾ ਹੀ ਟਾਟਾ ਦਾ ਪ੍ਰੋਡਕਟ ਹੈਗਾ। ਕੈਰਟ ਲੇਨ ਇਹ ਟਾਟਾ ਦਾ ਪ੍ਰੋਡਕਟ ਹੈ ਔਰ ਹਮੇਸ਼ਾ ਵੀ ਉੱਚ ਕੁਆਲਿਟੀ ਦੇ ਡਾਇਮੰਡ ਔਰ ਉੱਚ ਕੁਆਲਿਟੀ ਦੇ ਪ੍ਰੋਡਕਟ ਹਮੇਸ਼ਾ ਸਾਡੇ ਕੋਲ ਹੁੰਦੇ ਆ। और तुसी शोरूम ओपन हो गया, अज ग्रैंड लॉन्चिंग है तो तुसी साडे कोल आओ, शोरूम दे विच विजिट करो और बहुत अच्छे ऑफर चल रहे कंपनी वालों शोरूम ओपनिंग के मौके पर, तो उन्हों का बेनिफिट लो। और कैरेट लेन हमेशा अपने कस्टमर ਲਈ उच्च क्वालिटी के प्रोडक्ट तो हमेशा वधिया तो वधिया ऑफर्स लैके आउंदी जिन्हां नाल कस्टमर का अच्छा बेनिफिट होंदा और इन फ्यूचर विच भी हमेशा कैरेट लेन इदां ही तुहाडे लई अच्छे प्रोडक्ट्स लैके आंदा रहेगा। थैंक यू। स्टोर की जिहड़ी लोकेशन कित्थे? ये स्टोर की लोकेशन है सर माल रोड ते नियर भगत सिंह चौंक, बिल्कुल माल रोड ते भगत सिंह चौंक दे नाल ही है साडा शोरूम, ऑपोजिट कैप्सन के बिल्कुल ऑपोजिट है साडा शोरूम। आर्य समाज मंदिर शहीद भगत सिंह नगर जालंधर में महर्षि दयानंद जी के अनन्य शिष्य आर्य समाज के नेता अमर बलिदानी स्वामी श्रद्धानंद जी का 99वां बलिदान दिवस एवं विशेष साप्ताहिक सत्संग का आयोजन किया गया, जिसमें मुख्य यजमान प्रदीप शर्मा, तान्या शर्मा, विधु भसीन, भावना भसीन ने यज्ञ विधि पर उपस्थित होकर पवित्र पावन वेद मंत्रों के द्वारा यज्ञ किया। इस अवसर पर यज्ञ ब्रह्म आचार्य पंडित अनुराग आर्य ने पवित्र पावन वेद मंत्रों के द्वारा यज्ञ को संपन्न करवाया। वहीं आर्य समाज की प्रसिद्ध भजन गायिका सोनू भारती और रवि पौडवाल ने ईश्वर भक्ति के भजन सुनाकर सभी को मंत्रमुग्ध कर दिया। इस अवसर पर इतिहासकार डॉक्टर राकेश बाबा ने स्वामी श्रद्धानंद जी की जीवनी से संबंधित शिक्षाओं का बखान कर श्रोताओं को प्रेरित किया। इस अवसर पर प्रधान रंजीत आर्य, महामंत्री हर्ष लखनपाल, कैशियर भूपेंद्र उपाध्याय, रोशनलाल शर्मा, क्रांतिकारी प्रवक्ता अश्विनी डोगरा, सुरेंद्र खन्ना, सुभाष आर्य, इंदु आर्य, सुनीता रानी, डॉक्टर सुधीर शर्मा, अनु आर्य, अनिल भसीन, कंचन भसीन, नलिनी उपाध्याय, अमरनाथ आर्य, केदारनाथ शर्मा, उषा रानी, अशोक टंडन, पवन महाजन, रेवा खन्ना, वेद कुमार भाटिया, अनीता टंडन, प्रवीण कौर, आस्था शर्मा, राजवीर सिंह सहित असंख्य लोगों ने साप्ताहिक यज्ञ में भाग लेकर पुण्य कमाया। परिवर्तित करके कांगड़ी लेकर गए और वहाँ पर आपको पता ही है गुरुकुल कांगड़ी विश्वविद्यालय जो है वो है, ऐसा होता है। अब डीएवी कॉलेज लाहौर में सबसे पहले था, लेकिन आप कभी अम्बाला जाएं, वहाँ का कॉलेज देखें तो उसमें लिखा हुआ है अंदर डीएवी कॉलेज लाहौर, ब्रैकेट में अम्बाला है। तो ये उस समय चलता होता था बेसिकली, क्योंकि वो परिवर्तन करना जरूरी हो जाता था। तो इसमें दो बातें, एक ट्रिगर पॉइंट कहते हैं ना कि दिमाग में वो स्पार्क कब आया, कब चिंगारी आई स्वामी श्रद्धानंद जी के, तो इतिहास में एक मोपला रिबेलियन हुआ है केरल में, वहां पे बहुत कन्वर्जन हुई, बहुत टॉर्चर हुआ था हिंदू से, खोपड़ियां मिली जब वहां पे विजिट किया गया आर्य समाज की टीम्स द्वारा,
और ये पता लगाया कि यहाँ पे बहुत टॉर्चर तशद्दुद की गई है हिंदुओं के ऊपर। और दूसरा, उत्तर प्रदेश का जो ब्रिज भूमि है, मथुरा वाला जो एरिया है सारा, वसीम परिवार के बच्चे प्रदीप शर्मा, अनय शर्मा, जितने भी सभी यहाँ पर आए हैं, विशेष आज स्वामी श्रद्धानंद के जन्म दिवस पर राकेश बाबा जी ने बहुत सुंदर आज इतिहास की बातें, क्योंकि जिनके अंदर इतिहास की इतनी बड़ी बड़ी बातें इनके अंदर है। कई बातें जैसे आज राजपुर की बात अभी हमारे मंत्री ने कहा, कुछ ऐसी बातें होती हैं कि कई बार हम एक ही चीज रख लेते हैं जो किताबों पढ़ते हैं, लेकिन जो इतिहास आपने पढ़ रख दिया, आपका बहुत बहुत धन्यवाद राकेश बाबा जी। और अनुराग जी ने बहुत ही सुंदर बातें कही, क्योंकि आज स्वामी शरण, आज स्वामी शरण का बना 223 दिसंबर को है और रविवार को आज मनाना है, क्योंकि सभी सामूहिक रूप में अवसर करते हैं। हमारे जो तपस्वी हैं, राकेश बाबा जी ने बताया कि अगर किसी ने हिम्मत दिखाई दी थी, वेद मंत्रों का उच्चारण अगर किसी ने किया है अगर मंच पर जाकर के, जो मुस्लिम समुदाय का जो जामा मस्जिद है दिल्ली में, वहाँ वेद मंत्रों के द्वारा व्याख्यान शुरू करना, क्योंकि उसका कारण ये भी था कि वो कांग्रेस के अध्यक्ष थे, कांग्रेस एक राष्ट्रपति की बहुत बड़ी पार्टी थी। जिस प्रकार हम कांगड़ी ग्राम में वो कार्यक्रम में क्योंकि सोच विचार किया, क्योंकि गंगा नदी का पानी का बहाव चेंज हुआ, उसके कारण वो गुरुकुल को बंद करना पड़ा। फिर बाद में हर घर में स्थापना की गई, नहीं तो कांगड़ी ग्राम नदी के दूसरी तरफ था। मेरे को आज भी याद है, मेरे पिताजी भी साथ थे उस समय की बात है, 2004 की बात है। 1904 में 1902 में स्थापना की, 2 में हम गए थे स्टार्टिंग का। उस समय जब मैं उस पथरीले, क्योंकि वो रास्ता जाने का नहीं था, नदी में भी उस क्षेत्र में पानी मिला इस समय, लेकिन ट्रालियों के सारे ट्राली जा सकती। अमर शहीद मोतीराम मेहरा के शहीदी दिवस को समर्पित लम्मापिंड चौक जालंधर में चाय और फलों का लंगर लगाया गया। इस अवसर पर अमनदीप सिंह, बलदेव सिंह, सावनदीप सिंह, रमनदीप सिंह, कमलजीत सिंह, हरबंस सिंह, गुरदीप सिंह, सर्वजीत सिंह राणा, जसविंदर कौर, रुपिंदर कौर, गुरलीन कौर ने संयुक्त रूप से उपस्थित होकर लंगर वितरित करने की सेवा निभाई। हर साल की तरह ਐਰਕੀ ਮੋਤੀ ਮਹਿਰਾ ਜੀ ਦੀ ਕੁਰਬਾਨੀਆਂ ਸਦਕਾ ਦੁੱਧ ਦਾ ਲੰਗਰ ਲਾ ਰਹੇ ਆ ਤੇ ਹਰ ਤਰ੍ਹਾਂ ਲਾਉਂਦੇ ਰਹਿੰਦੇ ਆ। ਮੋਤੀ ਮਹਿਰਾ ਜੀ ਜਿਹੜੀ ਕੁਰਬਾਨੀ ਹੈ ਬਹੁਤ ਤਗੜੀ ਕੁਰਬਾਨੀ ਸੀਗੀ, ਜਿਹੜੀ ਅਸੀਂ ਲੋਕ ਨਹੀਂ ਕਰ ਸਕਦੇ, ਭਾਈ ਇੰਨੀ की सेवा कर सकते हैं जी। वाहिगुरू। और अब अंत में हलचल की गतिविधियों पर एक नजर फिर से। जालंधर के डीएवी फ्लाईओवर पर खड़े ट्रक से जा टकराई कार, डिलीवरी बॉय को लिया चपेट में, कार चालक हुआ गंभीर घायल। अमृतसर की वल्ला सब्जी मंडी में विकास कार्यों का जायजा लेने पहुंची आप विधायक बीबी जीवन जोत कौर। मंडी प्रधान ने कहा 40 वर्षों में पहली बार हुआ असली काम। अमृतसर में 4 साहिबजादों और माता गुजरी जी की शहादत को समर्पित फ्री बस सेवा का हुआ शुभारंभ। अमृतसर से फतेहगढ़ साहिब के लिए पहला जत्था हुआ रवाना। इसके साथ ही अब तक की गतिविधियां समाप्त होती हैं और ताजा जानकारी के लिए देखते रहिए हलचल।